ਜੋਤ ਤੋਂ ਜੋਤ ਜਗੀ। ਭੈਣ, ਅੱਜ ਆਪਾਂ ਮਾਤਾ ਜੀ ਤੋਂ ਤੀਜੇ ਗੁਰੂ ਜੀ ਬਾਰੇ ਪੁੱਛਾਂਗੇ। ਅਨਮੋਲ ਨੇ ਕਿਹਾ। ਉਸਨੇ ਸਕੂਲ ਤੋਂ ਘਰ ਲਈ ਮਿਲਿਆ ਕੰਮ ਛੇਤੀ ਮੁਕਾ ਲਿਆ ਸੀ। ਚਲੋ, ਮਾਤਾ ਜੀ ਕੋਠੇ 'ਤੇ ਬੈਠੇ ਹਨ। ਫਿਰ ਉਹਨਾਂ ਨੇ ਗੁਰਦੁਆਰੇ ਚਲੇ ਜਾਣਾ ਹੈ। ਸਿਮਰਨ ਬੋਲੀ। ਮਾਤਾ ਉਜਲ ਕੌਰ ਪਹਿਲਾਂ ਹੀ ਪੋਤਰੇ ਤੇ ਪੋਤਰੀ ਦਾ ਰਾਹ ਵੇਖ ਰਹੇ ਸਨ। ਉਹ ਬੋਲੇ, ਆਓ ਮੇਰੇ ਹੀਰਿਓ, ਅੱਜ ਮੈਂ ਤੁਹਾਨੂੰ ਨਿਓਟਿਆਂ ਦੀ ਓਟ, ਨਿਮਾਣਿਆਂ ਦੇ ਮਾਣ ਤੇ ਨਿਤਾਣਿਆਂ ਦੇ ਤਾਣ ਤੀਜੇ ਗੁਰੂ ਜੀ ਬਾਰੇ ਦੱਸਣਾ ਹੈ। ਸੁਣੋ। ਉਮਰ ਦੇ ਪੱਖੋਂ ਤੀਜੇ ਗੁਰੂ ਜੀ ਪਹਿਲੇ ਗੁਰੂ ਜੀ ਤੋਂ ਕੇਵਲ 10 ਸਾਲ ਛੋਟੇ ਸਨ। ਦੂਜੇ ਗੁਰੂ ਜੀ ਤੋਂ 25 ਵਰ੍ਹੇ ਵੱਡੇ। ਆਨੰਦ ਸਾਹਿਬ ਇਹਨਾਂ ਦੀ ਹੀ ਬਾਣੀ ਹੈ ਜੋ ਆਪਾਂ ਰੋਜ਼ ਸੁਣਦੇ ਹਾਂ। ਹਾਂਜੀ, ਬੱਚਿਆਂ ਨੇ ਹੁੰਗਾਰਾ ਭਰਿਆ। ਦੂਜੇ ਗੁਰੂ ਜੀ ਦੇ 2 ਪੁੱਤਰ ਸਨ ਤੇ 2 ਧੀਆਂ, ਪਰ ਉਹਨਾਂ ਨੇ ਗੁਰਗੱਦੀ ਅਮਰਦਾਸ ਜੀ ਨੂੰ ਸੌਂਪੀ। ਮਾਤਾ ਜੀ ਦੱਸਦੇ ਗਏ। ਮਾਤਾ ਜੀ ਪਹਿਲੇ ਗੁਰੂ ਜੀ ਦੇ ਵੀ 2 ਪੁੱਤਰ ਸਨ। ਸਿਮਰਨ ਵਿੱਚੋਂ ਹੀ ਬੋਲ ਪਈ, ਆਹੋ ਧੀਏ, ਸ਼੍ਰੀ ਚੰਦ ਅਤੇ ਲਖਮੀ ਚੰਦ। ਪਰ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਦਿੱਤੀ। ਐਵੇਂ ਹੀ ਦੂਜੇ ਗੁਰੂ ਜੀ ਨੇ ਗੁਰਗੱਦੀ ਆਪਣੇ ਪੁੱਤਰਾਂ ਦੀ ਥਾਂ ਆਪਣੇ ਸੇਵਕ ਅਮਰਦਾਸ ਜੀ ਨੂੰ ਦਿੱਤੀ। ਤੁਸੀਂ ਪੁੱਛੋ ਕਿਉਂ? ਮਾਤਾ ਜੀ ਨੇ ਆਪ ਹੀ ਸਵਾਲ ਕੀਤਾ। ਫਿਰ ਬੋਲੇ, ਗੁਰਗੱਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਕੇਵਲ ਯੋਗ ਵਿਅਕਤੀ ਹੀ ਇਸ ਦਾ ਹੱਕਦਾਰ ਹੋ ਸਕਦਾ ਸੀ। ਉਹ ਭਾਵੇਂ ਪੁੱਤਰ ਹੋਵੇ ਜਾਂ ਸੇਵਕ। ਬੱਚਿਆਂ ਨੇ ਹਾਂ ਵਿੱਚ ਸਿਰ ਹਿਲਾਇਆ। ਸਵੇਰੇ ਉੱਠਦਿਆਂ ਹੀ ਅਨਮੋਲ ਨੇ ਮਾਤਾ ਜੀ ਨੂੰ ਪੁੱਛਿਆ, ਅਮਰਦਾਸ ਜੀ ਦਾ ਮੇਲ ਗੁਰੂ ਅੰਗਦ ਦੇਵ ਜੀ ਨਾਲ ਕਿਵੇਂ ਹੋਇਆ? ਮਾਤਾ ਜੀ ਬੋਲੇ, ਪੁੱਤਰ ਜੀ, ਦੂਜੇ ਗੁਰੂ ਜੀ ਦੀ ਇੱਕ ਧੀ ਬੀਬੀ ਅਮਰੋ ਸੀ। ਉਹ ਬਾਸਰ ਕੇ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਉਹ ਇੱਕ ਸਵੇਰ ਪਾਠ ਕਰ ਰਹੀ ਸੀ ਕਿ ਬਾਣੀ ਦੇ ਬੋਲ ਚਾਣਚੱਕ ਲੰਘ ਰਹੇ ਅਮਰਦਾਸ ਜੀ ਦੇ ਕੰਨੀ ਪਏ। ਉਹਨਾਂ ਦੇ ਹਿਰਦੇ ਵਿੱਚ ਜਾਣੋ ਠੰਡ ਪੈ ਗਈ। ਪੁੱਛਣ ਲੱਗੇ, ਭਾਈ, ਇਹ ਬਾਣੀ ਕਿਹਨਾਂ ਦੀ ਹੈ? ਰੱਬੀ ਜੋਤ ਕੌਣ ਹਨ? ਬੀਬੀ ਅਮਰੋ ਨੇ ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ। ਫਿਰ ਦੂਜੇ ਗੁਰੂ ਜੀ ਬਾਰੇ ਜੋ ਉਹਨਾਂ ਦੇ ਆਪਣੇ ਪਿਤਾ ਜੀ ਸਨ। ਬਸ ਫਿਰ ਕੀ ਸੀ? ਬਹਿਬਲ ਹੋਏ ਅਮਰਦਾਸ ਜੀ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਲਈ ਪਹੁੰਚ ਗਏ। ਉਦੋਂ ਉਹ ਲਗਭਗ 60 ਸਾਲ ਦੇ ਸਨ। ਫਿਰ ਅਗਲੇ 12 ਸਾਲਾਂ ਤੱਕ ਉਹਨਾਂ ਨੇ ਦੂਜੇ ਗੁਰੂ ਜੀ ਕੋਲ ਰਹਿੰਦਿਆਂ ਪੂਰੇ ਸੇਵਾ ਭਾਵ ਨਾਲ ਕੰਮ ਕੀਤਾ। ਉਹ ਲੰਗਰ ਦੀ ਸੇਵਾ ਕਰਦੇ। ਤੜਕੇ ਉੱਠ ਕੇ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਗੁਰੂ ਜੀ ਦੇ ਇਸ਼ਨਾਨ ਲਈ ਲਿਆਉਂਦੇ। ਇੱਕ ਵਾਰੀ ਮੀਂਹ ਤੇ ਹਨੇਰੀ ਦੀ ਰਾਤ ਸੀ। ਸ਼੍ਰੀ ਅਮਰਦਾਸ ਜੀ ਪਿੰਡ ਦੇ ਬਾਹਰਵਾਰ ਜੁਲਾਹਿਆਂ ਦੇ ਇੱਕ ਘਰ ਅੱਗਿਓਂ ਲੰਘਣ ਲੱਗੇ। ਤਦੇ ਉਹਨਾਂ ਦਾ ਪੈਰ ਖੱਡੀ ਵਾਲੇ ਟੋਏ ਵਿੱਚ ਜਾ ਪਿਆ। ਉਹ ਬੁਰੀ ਤਰ੍ਹਾਂ ਡਿੱਗੇ।
ਪਰ ਉਹਨਾਂ ਨੇ ਗਾਗਰ ਦਾ ਪਾਣੀ ਨਾ ਡੁੱਲਣ ਦਿੱਤਾ। ਜੁਲਾਹੇ ਨੇ ਅੰਦਰੋਂ ਹੀ ਕਿਹਾ ਕਿ ਕੌਣ ਹੈ? ਨਾਲ ਹੀ ਜੁਲਾਹੇ ਦੀ ਪਤਨੀ ਬੋਲੀ, ਹੋਰ ਕੌਣ ਹੈ? ਅਮਰੋ ਨਿਥਾਵਾਂ ਹੋਵੇਗਾ। ਉਸ ਨੂੰ ਨਾ ਦਿਨ ਨੂੰ ਚੈਨ ਨਾ ਰਾਤ ਨੂੰ। ਗੁਰਪੁਰਬ ਕਰਕੇ ਸਿਮਰਨ ਅਤੇ ਅਨਮੋਲ ਵੀ ਗੁਰਦੁਆਰੇ ਆਏ। ਅੱਗੇ ਗ੍ਰੰਥੀ ਸਿੰਘ ਇਹੋ ਸਾਖੀ ਸੁਣਾ ਰਿਹਾ ਸੀ ਜੋ ਰਾਤੀ ਮਾਤਾ ਜੀ ਨੇ ਸੁਣਾਈ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਸ਼੍ਰੀ ਅਮਰਦਾਸ ਜੀ ਦੇ ਤੜਕੇ ਡਿੱਗਣ ਦਾ ਪਤਾ ਲੱਗ ਗਿਆ। ਇਹ ਵੀ ਕਿ ਜੁਲਾਹੇ ਦੀ ਪਤਨੀ ਨੇ ਉਹਨਾਂ ਬਾਰੇ ਚੁਭਵੇਂ ਸ਼ਬਦ ਕਹੇ ਹਨ। ਫਿਰ ਗੁਰੂ ਜੀ ਨੇ ਦਰਬਾਰ ਵਿੱਚ ਸ਼੍ਰੀ ਅਮਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਸੇਵਾ ਧਨ ਹੈ, ਇਹ ਨਥਾਵੇਂ ਨਹੀਂ ਹਨ। ਅੱਗੋਂ ਲਈ ਇਹ ਨਿਥਾਵਿਆਂ ਲਈ ਥਾਂ, ਨਿਓਟਿਆਂ ਲਈ ਓਟ ਅਤੇ ਨਿਮਾਣਿਆਂ ਲਈ ਮਾਣ ਹੋਣਗੇ। ਤਦ ਗੁਰੂ ਜੀ ਨੇ ਸ਼੍ਰੀ ਅਮਰਦਾਸ ਜੀ ਨੂੰ ਤੀਜੇ ਗੁਰੂ ਵਜੋਂ ਗੁਰਗੱਦੀ ਸੌਂਪ ਦਿੱਤੀ। ਇਹ ਆਖਦਿਆਂ ਗ੍ਰੰਥੀ ਸਿੰਘ ਨੇ ਕਿਹਾ, ਸਾਧ ਸੰਗਤ ਆਖੋ ਵਾਹਿਗੁਰੂ। ਸੰਗਤ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਈ। ਫਿਰ ਗ੍ਰੰਥੀ ਸਿੰਘ ਬੋਲੇ, ਉਦੋਂ ਗੁਰਿਆਈ ਵੇਲੇ ਤੀਜੇ ਪਾਤਸ਼ਾਹ ਦੀ ਉਮਰ 72 ਸਾਲ ਸੀ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਰਹਿ ਕੇ ਲੋਕ ਭਲੇ ਦੇ ਅਨੇਕਾਂ ਕੰਮ ਕੀਤੇ। ਸਤੀ ਦੀ ਰਸਮ ਨੂੰ ਖਤਮ ਕਰਨ ਲਈ ਯਤਨ ਕੀਤੇ। ਇਸਤਰੀਆਂ ਨੂੰ ਪਰਦਾ ਨਾ ਕਰਨ ਦਾ ਉਪਦੇਸ਼ ਦਿੱਤਾ। ਸਦਾ ਲੰਗਰ ਚੱਲਦਾ ਰੱਖਿਆ। ਉਹਨਾਂ ਨੇ ਹਦਾਇਤ ਕੀਤੀ ਹੋਈ ਸੀ ਕਿ ਉਹਨਾਂ ਨੂੰ ਮਿਲਣ ਤੋਂ ਪਹਿਲਾਂ ਹਰ ਕੋਈ ਲੰਗਰ ਛਕੇ। ਮੁਗਲ ਬਾਦਸ਼ਾਹ ਅਕਬਰ ਇੱਕ ਵਾਰੀ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ। ਗੁਰੂ ਜੀ ਦੀ ਇੱਛਾ ਅਨੁਸਾਰ ਉਸਨੇ ਵੀ ਪਹਿਲਾਂ ਲੰਗਰ ਛਕਿਆ। ਖੁਸ਼ ਹੋ ਕੇ ਉਸਨੇ ਲੰਗਰ ਲਈ ਮਦਦ ਦੇਣੀ ਚਾਹੀ। ਗੁਰੂ ਜੀ ਨੇ ਖਿਮਾ ਮੰਗੀ। ਉਹਨਾਂ ਨੇ ਕਿਹਾ ਕਿ ਇਹ ਲੰਗਰ ਸੰਗਤਾਂ ਦੀ ਸੇਵਾ ਨਾਲ ਹੀ ਚੱਲਦਾ ਹੈ। ਫਿਰ ਅਕਬਰ ਨੇ ਬੀਬੀ ਭਾਨੀ ਨੂੰ ਆਪਣੀਆਂ ਧੀਆਂ ਜਿਹੀ ਕਹਿ ਕੇ ਕੁਝ ਜ਼ਮੀਨ ਦੀ ਭੇਟਾ ਕੀਤੀ। ਇਹ ਸੁਣ ਕੇ ਮਾਤਾ ਜੀ ਤੇ ਬੱਚੇ ਮੱਥਾ ਟੇਕ ਕੇ ਘਰ ਆ ਗਏ। ਇਸ ਜਿਹਾ ਤਾਂ ਇਹੋ ਹੈ। ਸਿਮਰਨ ਅਤੇ ਅਨਮੋਲ ਤੀਜੇ ਗੁਰੂ ਜੀ ਬਾਰੇ ਹੋਰ ਜਾਣਨਾ ਚਾਹੁੰਦੇ ਸਨ। ਸ਼ਾਮ ਵੇਲੇ ਬੱਚੇ ਸਕੂਲ ਤੋਂ ਮਿਲਿਆ ਕੰਮ ਮੁਕਾ ਚੁੱਕੇ ਸਨ। ਤਦੇ ਮਾਤਾ ਜੀ ਆ ਗਏ। ਬੋਲੋ, ਲਓ ਸੁਣੋ ਬੱਚਿਓ, ਤੀਜੇ ਗੁਰੂ ਜੀ ਬਾਰੇ ਇੱਕ ਦੋ ਹੋਰ ਗੱਲਾਂ। ਉਹਨਾਂ ਨੇ ਗੋਇੰਦਵਾਲ ਵਿਖੇ ਪਾਣੀ ਦੀ ਸਹੂਲਤ ਲਈ ਇੱਕ ਬਾਉਲੀ ਖੁਦਵਾਈ। ਉੱਥੇ ਜੇਠਾ ਨਾਂ ਦਾ ਇੱਕ ਲੜਕਾ ਘੁੰਗਣੀਆਂ ਵੇਚਿਆ ਕਰਦਾ ਸੀ। ਉਹ ਸੀ ਤਾਂ ਲਾਹੌਰ ਦਾ ਜੰਪਲ, ਪਰ ਉਸ ਦੇ ਸਿਰ ਤੋਂ ਮਾਂ ਪਿਓ ਦਾ ਸਾਇਆ ਉੱਠ ਗਿਆ ਸੀ। ਪਾਲਣ ਪੋਸਣ ਵਾਲੀ ਉਸ ਦੀ ਨਾਨੀ ਤਦ ਉਸ ਨੂੰ ਬਾਸਰ ਕੇ ਲੈ ਆਈ ਸੀ। ਜਦੋਂ ਤੀਜੇ ਗੁਰੂ ਜੀ ਨੇ ਗੋਇੰਦਵਾਲ ਵਸਾਇਆ ਤਾਂ ਭਾਈ ਜੇਠਾ ਤੇ ਉਹਨਾਂ ਦੀ ਨਾਨੀ ਉੱਥੇ ਆ ਵਸੇ। ਮਾਤਾ ਜੀ ਅੱਗੇ ਦੱਸੋ, ਦੋਵੇਂ ਬੱਚੇ ਬੋਲ ਪਏ। ਗੁਰੂ ਜੀ ਦੇ 2 ਪੁੱਤਰ ਤੇ 2 ਧੀਆਂ ਸਨ। ਇੱਕ ਧੀ ਬੀਬੀ ਭਾਨੀ ਵਿਆਹੁਣ ਯੋਗ ਸੀ।
ਗੁਰੂ ਜੀ ਦੀ ਸੁਪਤਨੀ ਆਖੇ, ਕੋਈ ਵਰ ਲੱਭੋ। ਗੁਰੂ ਜੀ ਪੁੱਛਣ ਕਿ ਕਿਹੜਾ ਲੜਕਾ ਕਿਹੋ ਜਿਹਾ ਹੋਵੇ। ਤਦੇ ਸਾਹਮਣਿਓਂ ਭਾਈ ਜੇਠਾ ਘੁੰਗਣੀਆਂ ਵੇਚਦਾ ਲੰਘ ਰਿਹਾ ਸੀ। ਮਾਤਾ ਜੀ ਬੋਲੇ, ਇਸ ਲੜਕੇ ਜਿਹਾ। ਅੱਗੋਂ ਗੁਰੂ ਜੀ ਦਾ ਕਹਿਣਾ ਸੀ ਕਿ ਇਸ ਜਿਹਾ ਤਾਂ ਇਹੋ ਹੈ। ਫੇਰ ਇਸੇ ਨਾਲ ਬੀਬੀ ਭਾਨੀ ਵਿਆਹ ਦਿੰਦੇ ਹਾਂ। ਇੰਜ ਜੇਠਾ ਜੀ ਬੀਬੀ ਭਾਨੀ ਦੇ ਪਤੀ ਬਣੇ। ਇਹ ਤਾਂ ਸਾਖੀ ਬਹੁਤ ਸੋਹਣੀ ਹੈ, ਸਿਮਰਨ ਬੋਲੀ। ਮਾਤਾ ਜੀ ਕਹਿਣ ਲੱਗੇ, ਹੋਰ ਸੁਣੋ। ਗੁਰੂ ਜੀ ਦੀ ਦੂਜੀ ਲੜਕੀ ਦਾਨੀ ਸ਼੍ਰੀ ਰਾਮ ਨੂੰ ਵਿਆਹੀ ਹੋਈ ਸੀ, ਪਰ ਭਾਈ ਜੇਠਾ, ਜਿਨ੍ਹਾਂ ਦਾ ਨਵਾਂ ਨਾਂ ਰਾਮਦਾਸ ਸੀ, ਸੱਚੇ ਮਨੋਂ ਸੇਵਾ ਕਰਨ ਵਾਲੇ ਸਨ। ਉਹ ਗੁਰੂ ਜੀ ਦਾ ਬੋਲ ਭੂਏ ਨਹੀਂ ਸੀ ਡਿੱਗਣ ਦਿੰਦੇ। ਕਹਿੰਦੇ ਹਨ ਕਿ ਗੁਰੂ ਜੀ ਨੇ ਸ਼੍ਰੀ ਰਾਮ ਤੇ ਸ਼੍ਰੀ ਰਾਮਦਾਸ ਦੋਹਾਂ ਨੂੰ ਇੱਕ ਥੜਾ ਬਣਾਉਣ ਲਈ ਕਿਹਾ। ਥੜਾ ਬਣੇ ਗੁਰੂ ਜੀ ਢੁਆ ਦੇਣ। ਸ਼੍ਰੀ ਰਾਮ ਤਾਂ ਧੀਰਜ ਖੋ ਬੈਠੇ, ਪਰ ਸ਼੍ਰੀ ਰਾਮਦਾਸ ਗੁਰੂ ਜੀ ਦੇ ਸੰਤੁਸ਼ਟ ਹੋਣ ਤੱਕ ਮੁੜ ਥੜਾ ਬਣਾਉਂਦੇ ਗਏ। ਗੁਰੂ ਅਮਰਦਾਸ ਜੀ ਨੇ ਆਪਣੇ ਪਿੱਛੋਂ ਸ਼੍ਰੀ ਰਾਮਦਾਸ ਜੀ ਨੂੰ ਗੁਰਗੱਦੀ ਸੌਂਪਣਾ ਠੀਕ ਸਮਝਿਆ।